ਅੱਜ ਦੀ ਕਲਾਸ ਸਟਾਰਟ ਕਰਦੇ ਹਾਂ। ਉਹਦਾ ਟੌਪਿਕ ਸਟਾਰਟ ਕਰਦੇ ਹਾਂ ਅਕਵਾਇਰਡ ਇਮਿਊਨਿਟੀ। ਅਕਵਾਇਰਡ ਇਮਿਊਨਿਟੀ ਹੈ ਕਿ ਅਕਵਾਇਰਡ ਇਮਿਊਨਿਟੀ ਪੈਥੋਜਨ ਸਪੈਸੀਫਿਕ ਹੋਏਗੀ। ਜੋ ਆਪਾਂ ਪਹਿਲਾਂ ਗੱਲ ਕਰਕੇ ਆਏ ਸੀ ਇਨੇਟ ਦੀ ਜੋ ਵੀ ਆਪਾਂ 5 ਪੁਆਇੰਟ ਡਿਸਕਸ ਕਰੇ ਆ ਉਹ ਆਪਾਂ ਆਲਰੇਡੀ ਕਰ ਚੁੱਕੇ ਹਾਂ। ਹੁਣ ਸੈਕਿੰਡ ਆਪਣੇ ਕੋਲ ਅਕਵਾਇਰਡ ਇਮਿਊਨਿਟੀ ਕਿੱਦਾਂ ਬੋਡੀ ਦੇ ਵਿੱਚ ਹੁੰਦੀ ਹੈ। ਅਗਰ ਕੋਈ ਪੈਥੋਜਨ ਸਪੈਸੀਫਿਕ ਹੋਏਗੀ, ਹਰੇਕ ਤਰ੍ਹਾਂ ਦੇ ਪੈਥੋਜਨ ਲਈ ਡਿਫਰੈਂਟ ਟਾਈਪ ਦਾ ਸਿਸਟਮ ਆ ਕੇ ਕੰਮ, ਔਰ ਇਹ ਸਿਰਫ ਵਰਟਬ੍ਰੇਟਸ ਦੇ ਵਿੱਚ ਹੀ ਹੋਏਗੀ। ਜਿਨ੍ਹਾਂ ਦੇ ਵਿੱਚ ਰੀੜ੍ਹ ਦੀ ਹੱਡੀ ਹੁੰਦੀ, ਵਰਟਬ੍ਰੇਟਸ ਕਿਹੜੇ ਵਾਲੇ ਕਹਿੰਦੇ, ਜਿਨ੍ਹਾਂ ਦੇ ਵਿੱਚ ਰੀੜ੍ਹ ਦੀ ਹੱਡੀ ਹੁੰਦੀ ਆ ਉਹਨਾਂ ਦੇ ਵਿੱਚ ਅਕਵਾਇਰਡ ਇਮਿਊਨਿਟੀ ਹੋਏਗੀ। ਤਾਂ ਇਹਦੇ ਫੀਚਰ ਦੇਖਦੇ ਆਪਾਂ। ਇੱਕ ਸਪੈਸੀਫਿਸਿਟੀ ਹੋਏਗੀ। ਸਪੈਸੀਫਿਸਿਟੀ ਆਪਾਂ ਆਲਰੇਡੀ ਕਹਿ ਚੁੱਕੇ ਹਾਂ ਕਿ ਡਿਫਰੈਂਟ ਟਾਈਪ ਦੇ ਜਿਹੜੇ ਮਾਈਕਰੋ ਆਰਗੇਨਿਜ਼ਮ ਹੋਣਗੇ ਉਹਨਾਂ ਲਈ ਡਿਫਰੈਂਟ ਟਾਈਪ ਦਾ ਡਿਫੈਂਸ ਆ ਕੇ ਕੰਮ ਕਰੇਗਾ। ਔਰ ਸੈਕੰਡਲੀ ਡਿਵਰਸਿਟੀ ਇਮਿਊਨ ਸਿਸਟਮ ਜਿਹੜਾ ਇਹਦੀ ਐਬਿਲਿਟੀ ਹੈਗੀ ਬਹੁਤ ਸਾਰੇ ਡਿਫਰੈਂਟ ਟਾਈਪ ਦੇ ਜਿਹੜੇ ਮਾਈਕਰੋ ਆਰਗੇਨਿਜ਼ਮ ਆ ਉਸ ਨੂੰ ਪਹਿਚਾਨਣ ਦੀ। ਬਹੁਤ ਸਾਰੇ ਮਾਈਕਰੋ ਆਰਗੇਨਿਜ਼ਮ ਆ ਜਿਹੜੇ ਉਹਨਾਂ ਨੂੰ ਪਹਿਚਾਨਣ ਤੇ ਜਿਹੜੀ ਆ ਐਬਿਲਿਟੀ ਹੈ। ਤਾਂ ਇਸ ਲਈ ਇਹਦੇ ਵਿੱਚ ਅਕਵਾਇਰਡ ਇਮਿਊਨਿਟੀ ਡਿਵਰਸਿਟੀ ਵੀ ਹੈ, ਸਪੈਸੀਫਿਸਿਟੀ ਹੈ ਕਿ ਡਿਫਰੈਂਟ ਟਾਈਪ ਦਾ ਡਿਫੈਂਸ ਸਿਸਟਮ ਕੰਮ ਕਰੇਗਾ ਡਿਫਰੈਂਟ ਟਾਈਪ ਦੇ ਆਰਗੇਨਿਜ਼ਮ ਲਈ। ਡਿਸਕ੍ਰਿਮੀਨੇਸ਼ਨ ਕਿਹਦੇ 'ਚ ਕਰੇਗਾ? ਬੋਡੀ ਦੇ ਖੁਦ ਦੇ ਸੈੱਲਾਂ ਵਿੱਚ, ਔਰ ਜੋ ਨੌਨ ਸੈਲਫ ਸੈੱਲ ਜਿਹੜੇ ਹੋਣਗੇ। ਨੌਨ ਸੈਲਫ ਕਿਹੜੇ ਵਾਲੇ ਹੋਣਗੇ? ਨੌਨ ਸੈਲਫ ਵਿੱਚ ਆਪਣੇ ਕੋਲ ਵਾਇਰਸ ਵੀ ਹੋ ਸਕਦੇ ਆ, ਫੋਰਨਰ ਏਜੰਟ ਜਿਹੜੇ ਹੋਏ, ਫੋਰਨਰ ਏਜੰਟ ਜੋ ਵੀ ਬੋਡੀ ਦੇ ਬਾਹਰ ਤੋਂ ਕੋਈ ਵੀ ਕਿਸੇ ਤਰ੍ਹਾਂ ਦਾ ਸੈੱਲ ਐਂਟਰ ਕਰੇਗਾ, ਉਸ ਸੈੱਲ ਬੈਕਟੀਰੀਆ ਇੱਕ ਤਰ੍ਹਾਂ ਦਾ ਸੈੱਲ ਹੀ ਹੋਏਗਾ, ਤਾਂ ਉਸ ਸੈੱਲ ਨੂੰ ਜੋ ਰੈਕੋਗਨਾਈਜ਼ ਕਰਨ ਦੀ ਜਿਹੜੀ ਹੈ ਉਸ ਤੇ ਡਿਸਕ੍ਰਿਮੀਨੇਸ਼ਨ ਕਰਨ ਦੀ ਜੋ ਐਬਿਲਿਟੀ ਆ ਉਹ ਇਹਦੇ ਵਿੱਚ ਹੋਏਗੀ ਅਕਵਾਇਰਡ ਇਮਿਊਨਿਟੀ ਦੀ। ਬੋਡੀ ਨੂੰ ਤਾਂ ਹੀ ਪਤਾ ਚੱਲੇਗਾ ਕਿ ਬੋਡੀ ਦਾ ਸੈੱਲ ਹੈ ਜਾਂ ਫਿਰ ਬੋਡੀ ਤੋਂ ਇਲਾਵਾ ਕਿਸੇ ਹੋਰ ਚੀਜ਼ ਦਾ ਸੈੱਲ ਹੈ ਬੋਡੀ ਦੇ ਵਿੱਚ, ਤੇ ਫਿਰ ਉਸ ਦੇ ਅਗੇਂਸਟ ਆਪਣੀ ਐਕਸ਼ਨ ਕਰਨਾ ਸ਼ੁਰੂ ਕਰ ਦੇ। ਨੈਕਸਟ ਹੈ ਮੈਮਰੀ। ਅਕਵਾਇਰਡ ਇਮਿਊਨਿਟੀ ਵਿੱਚ ਮੈਮਰੀ ਵੀ ਹੈ। ਮੈਮਰੀ ਕਿਸ ਤਰ੍ਹਾਂ ਇਹ ਦੇਖਦੇ ਹਾਂ ਆਪਾਂ। ਅਕਵਾਇਰਡ ਇਮਿਊਨਿਟੀ ਵਿੱਚ ਮੈਮਰੀ ਹੈ ਜਦੋਂ ਕਿ ਫਸਟ ਟਾਈਮ ਜਦੋਂ ਵੀ ਅਟੈਕ ਹੋਏਗਾ ਕਿਸੇ ਵੀ ਪੈਥੋਜਨ ਦਾ, ਉਸ ਦੇ ਅਗੇਂਸਟ ਜੋ ਰਿਸਪੌਂਸ ਹੋਏਗਾ, ਫਸਟ ਅਟੈਕ ਦੇ ਜਿਹੜਾ ਰਿਸਪੌਂਸ ਹੋਏਗਾ ਉਹ ਕੀ ਹੋਏਗਾ? ਸਲੋ ਹੋਏਗਾ। ਜਦੋਂ ਫਸਟ ਜੋ ਅਟੈਕ ਹੋਇਆ ਪੈਥੋਜਨ ਦਾ ਜਾਂ ਕਿਸੇ ਵੀ ਮਾਈਕਰੋਬ ਦਾ, ਤਾਂ ਉਸ ਦੇ ਰਿਸਪੌਂਸ ਵਿੱਚ ਕੀ ਹੋਏਗਾ? ਜੋ ਅਕਵਾਇਰਡ ਇਮਿਊਨਿਟੀ ਹੈ ਉਸਦਾ ਜੋ ਰਿਸਪੌਂਸ ਹੈ ਸਲੋ ਰਹੇਗਾ। ਲੇਕਿਨ ਸੈਕਿੰਡ ਟਾਈਮ ਕੀ ਹੋਏਗਾ? ਉਸ ਪਾਰਟੀਕੂਲਰ ਮਾਈਕਰੋਬ ਲਈ ਕੀ ਹੋ ਜਾਏਗਾ? ਮੈਮਰੀ ਬਿਲਡ ਹੋ ਜਾਏਗੀ। ਅਕਵਾਇਰਡ ਇਮਿਊਨਿਟੀ ਦੇ ਵਿੱਚ ਮੈਮਰੀ ਕੀ ਹੋ ਜਾਏਗੀ? ਬਿਲਡ ਹੋ ਜਾਏਗੀ। ਤਾਂ ਜੋ ਫਸਟ ਟਾਈਮ ਅਟੈਕ ਜਿਹੜਾ ਹੋ ਰਿਹਾ, ਜਿਹੜਾ ਸਲੋ ਰਿਸਪੌਂਸ ਹੈਗਾ, ਉਸਨੂੰ ਆਪਾਂ ਕਹਿੰਦੇ ਆ ਪ੍ਰਾਇਮਰੀ ਇਮਿਊਨਿਟੀ ਰਿਸਪੌਂਸ। ਜਿਹੜਾ ਸਲੋ ਵਾਲਾ ਹੋਏਗਾ ਕਿਹੜੇ ਵੱਲੋਂ ਹੁੰਦਾ? ਪ੍ਰਾਇਮਰੀ ਇਮਿਊਨਿਟੀ ਰਿਸਪੌਂਸ। ਇਹ ਪੁੱਛ ਸਕਦੇ ਪ੍ਰਾਇਮਰੀ ਵਾਲਾ ਸਲੋ ਹੈ ਜਾਂ ਸੈਕੰਡਰੀ ਵਾਲਾ, ਤਾਂ ਪ੍ਰਾਇਮਰੀ ਵਾਲਾ ਸਲੋ ਰਹੇਗਾ। ਅਗਰ ਸੈਕਿੰਡ ਟਾਈਮ ਸੇਮ ਟਾਈਪ ਦਾ ਹੀ ਪੈਥੋਜਨ ਬੋਡੀ ਦੇ ਵਿੱਚ ਐਂਟਰ ਕਰਦਾ, ਤਾਂ ਫਿਰ ਕੀ ਹੈ? ਫਸਟ ਟਾਈਮ ਕਿਹੜੀ ਵਾਲੀ ਪ੍ਰੋਸੈਸ ਹੋਈ? ਜਦੋਂ ਅਟੈਕ ਹੋਇਆ, ਪਹਿਲਾਂ ਤਾਂ ਸਪੈਸੀਫਿਸਿਟੀ ਮੈਕਰੋਬਸ ਨੂੰ ਰੈਕੋਗਨਾਈਜ਼ ਕਰਿਆ ਗਿਆ, ਫਿਰ ਉਸਦੀ ਡਿਸਕ੍ਰਿਮੀਨੇਸ਼ਨ ਕਰੇਗੀ ਕਿ ਬੋਡੀ ਦਾ ਸੈੱਲ ਹੈ ਜਾਂ ਫੋਰਨਰ ਸੈੱਲ ਹੈ। ਉਸ ਤੋਂ ਬਾਅਦ ਵਿੱਚ ਉਸਦੇ ਅਗੇਂਸਟ ਸੈੱਲ ਨੇ ਵਰਕ ਕਰਿਆ। ਜੋ ਆਪਾਂ ਲਿੰਫ ਦੀ ਗੱਲ ਕਰੀਏ, ਲਿੰਫ ਸਿਸਟਮ ਹੈ ਜਿਹੜਾ, ਉਸਨੇ ਕੰਮ ਕਰਿਆ, ਤਾਂ ਫਿਰ ਜਾ ਕੇ ਉਸ ਪੈਥੋਜਨ ਨੂੰ ਖਤਮ ਕਰਿਆ। ਲੇਕਿਨ ਸੈਕਿੰਡ ਟਾਈਮ ਕੀ ਹੋਏਗਾ? ਮੈਮਰੀ ਬਿਲਡ ਹੋ ਜਾਏਗੀ। ਜਦੋਂ ਸੈਕਿੰਡ ਟਾਈਮ ਹੋਏਗਾ ਤਾਂ ਕੀ ਹੋ ਜਾਏਗੀ? ਮੈਮਰੀ ਬਿਲਡ ਹੋ ਜਾਏਗੀ ਉਸ ਪੈਥੋਜਨ ਦੇ ਅਗੇਂਸਟ। ਮੈਮਰੀ ਹੋਏਗੀ। ਹੁਣ ਜਦੋਂ ਉਸ ਤਰ੍ਹਾਂ ਦਾ ਪੈਥੋਜਨ ਐਂਟਰ ਕਰੇਗਾ, ਤਾਂ ਮੈਮਰੀ ਜੋ ਹੋਏਗੀ ਅਕਵਾਇਰਡ ਇਮਿਊਨਿਟੀ ਦੀ, ਉਹ ਉਸਨੂੰ ਇਮੀਡੀਏਟ ਹੀ ਰੈਕੋਗਨਾਈਜ਼ ਕਰ ਲੇਗੀ, ਔਰ ਜਿਹੜਾ ਰਿਸਪੌਂਸ ਹੋਏਗਾ ਉਹ ਹੋਏਗਾ ਸੈਕੰਡਰੀ ਰਿਸਪੌਂਸ। ਸੈਕੰਡਰੀ ਰਿਸਪੌਂਸ ਕੀ ਹੋਏਗਾ? ਬਹੁਤ ਫਾਸਟ ਹੋਏਗਾ। ਸੈਕੰਡਰੀ ਰਿਸਪੌਂਸ will be very fast। ਤਾਂ ਨੀਚੇ ਗ੍ਰਾਫ ਸ਼ੋ ਕਰ ਰੱਖਿਆ ਕਿ ਫਸਟ
एंटीजन एक्सपोजर जो होया प्राइमरी रिस्पॉन्स देखो कितने दिन लग गए, नीचे डेज दे रखे हैं, टाइम पीरियड इन डेज, लगभग 15 डेज, और रिस्पॉन्स कब तक 15 डेज का पीरियड। अगर सेकंड टाइम जो एंटीजन होया तो देख लो कितना फास्टली हो गया ब्लड एंटीबॉडी कॉन्सनट्रेशन ਉੱਪਰ ਦੀ, ਔਰ ਕੀ ਦੇ ਰੱਖਿਆ ਕਿ ਬਲੱਡ ਦੇ ਵਿੱਚ ਜੋ ਐਂਟੀਬੋਡੀਜ਼ ਦੀ ਕਨਸੈਂਟ੍ਰੇਸ਼ਨ ਹੋਈ ਆ ਫਸਟ ਟਾਈਮ ਕੀ ਹੋ ਗਈ ਆ, ਇੰਨੀ ਹੀ ਪੀਕ ਆਈ ਹੈ। जो एंटीबॉडीज बिल्ड होईयां सीगियां ब्लड ਦੇ ਵਿੱਚ ਬਹੁਤ ਥੋੜੀਆਂ ਸੀਗੀਆਂ, ਲੇਕਿਨ ਸੈਕਿੰਡ ਟਾਈਮ ਜਦੋਂ ਐਂਟੀਜਨ ਹੋਇਆ ਅਗਰ 16 ਡੇਜ਼ ਤੇ ਹੋ ਰਿਹਾ ਤਾਂ ਦੇਖੋ ਕਿੰਨਾ ਫਾਸਟ ਔਰ ਕਿੰਨਾ ਜਲਦੀ ਹੀ ਐਂਟੀਬॉडीज, ਕਿਉਂਕਿ ਪਹਿਲਾਂ ਤੋਂ ਹੀ ਪ੍ਰਪੇਅਰਡ ਸੀ, ਮੈਮਰੀ ਨੇ ਉਸ ਨੂੰ ਪਹਿਲਾਂ ਤੋਂ ਹੀ ਦੇ ਰੱਖਿਆ ਸੀਗਾ, ਸਟੋਰ ਕਰਿਆ ਹੋਇਆ ਸੀ ਐਕਵਾਇਰਡ ਇਮਿਊਨਿਟੀ ਨੇ ਕਿ ਇਸ ਟਾਈਪ ਦਾ ਪੈਥੋਜਨ, ਸੈਕਿੰਡ ਟਾਈਮ ਉਸਨੇ ਰਿਕੋਗਨਾਈਜ਼ ਕਰਿਆ ਔਰ ਐਂਟੀਬॉडीज ਨੂੰ ਬਹੁਤ ਜ਼ਿਆਦਾ ਇੰਕਰੀਜ਼ ਕਰ ਦਿੱਤਾ ਬਲੱਡ ਦੇ ਵਿੱਚ। ਤਾਂ ਇਹ ਹੈ ਸੈਕੰਡਰੀ ਰਿਸਪੌਂਸ। ਸੈਕੰਡਰੀ ਰਿਸਪੌਂਸ ਬਹੁਤ ਹੀ ਕੁਇਕ ਔਰ ਬਹੁਤ ਹੀ ਸਟਰੋਂਗ ਵਾਲਾ ਹੋਏਗਾ ਐਜ਼ ਕੰਪੈਰੀਜ਼ਨ ਟੂ ਪ੍ਰਾਇਮਰੀ ਰਿਸਪੌਂਸ। ਇੱਥੇ ਦੇਖੋ ਕੰਸਨਟ੍ਰੇਸ਼ਨ ਬਲੱਡ ਦੇ ਵਿੱਚ ਜੋ ਐਂਟੀਬॉडी ਦੀ ਹੈ ਕਿੰਨੀ ਹਾਈ ਹੋ, ਔਰ ਇੱਥੇ ਜਸਟ ਥੋੜੀ ਜਿਹੀ ਸੀ ਕਿਉਂਕਿ ਇੱਥੇ ਰਿਸਪੌਂਸ ਸਿਸਟਮ ਜੋ ਪ੍ਰਾਇਮਰੀ ਰਿਸਪੌਂਸ ਸਿਸਟਮ ਸੀ ਬਹੁਤ ਸਲੋ ਕੰਮ ਕਰ ਰਿਹਾ ਸੀ, ਔਰ ਸਲੋ ਦੇ ਨਾਲ ਹੀ ਜੋ ਬਲੱਡ ਦੇ ਵਿੱਚ ਐਂਟੀਬॉडीज ਕੰਸਨਟ੍ਰੇਸ਼ਨ ਹੈ ਉਹ ਉਨੀ ਬਿਲਟ ਨਹੀਂ ਹੁੰਦੀ। ਲੇਕਿਨ ਸੈਕਿੰਡ ਟਾਈਮ ਕੀ ਆ, ਡਿਊ ਟੂ ਮੈਮਰੀ एक्वायर्ड इम्यूनिटी की जो मेमोरी है उस कर की हो गया, जो एंटीबॉडी की कंसंट्रेशन है वो इमीडिएट इंक्रीज होगी सैकेंड रिस्पॉन्स देने लिए, और सैकेंड रिस्पॉन्स दे के उसਨੂੰ जल्दी ही खत्म कर ਦਿੱਤਾ ਗਿਆ। ਤੇ ਜਿਹੜਾ ਸੈਕਿੰਡ ਰਿਸਪੌਂਸ ਹੈ ਇਸ ਨੂੰ ਇੱਕ ਹੋਰ ਨਾਮ ਨਾਲ ਜਾਣਦੇ ਆਪਾਂ ਐਨਮਨੈਸਟਿਕ ਰਿਸਪੌਂਸ। और सेकंड वाला की होएगा रैपिड होएगा, मोर इंटेंस ड्यू टू द इन्वॉल्वमेंट ऑफ मेमोरी ਦੀ ਇਨਵੋਲਵਮੈਂਟ ਕਰਕੇ ਕੀ ਹੋਏਗਾ ਬਹੁਤ ਫਾਸਟ ਹੋਏਗਾ और इंटेंस बहुत स्ट्रॉन्ग वाला होएगा। नेक्स्ट ਆਪਾਂ ਗੱਲ करते हैं जो डिफरेंट टाइप के सैल की ਆਪਾਂ ਗੱਲ करिए टी लिम्फोसाइट, टी सैल और बी सैल, ਇਹ ਦੋਨੋਂ ਹੀ ਅਕਵਾਇਰਡ ਇਮਿਊਨਿਟੀ ਦੇ ਵਿੱਚ ਆਣਗੇ ਆਪਣੇ। ਤਾਂ ਆਪਾਂ ਪਹਿਲਾਂ ਗੱਲ ਕਰਦੇ ਹਾਂ ਟੀ ਸੈਲ ਦੀ। Primary secondary immune response are carried out by the help of two special type of lymphocyte present in our blood। ਆ ਦੋ ਤਰ੍ਹਾਂ ਦੇ ਲਿੰਫੋਸਾਈਟ ਹੈਗੇ ਟੀ ਤੇ ਬੀ ਸੈੱਲ ਜਿਹੜੇ ਰਿਸਪੌਂਸ ਦਿੰਦੇ ਗਿਆ ਪ੍ਰਾਇਮਰੀ ਤੇ ਸੈਕੰਡਰੀ ਇਮਿਊਨ ਦੇ। बी लिम्फोसाइट और टी लिम्फोसाइट। बी लिम्फोसाइट की करते हैं, बी का काम है प्रोड्यूस एंटीबॉडी, एंटीबॉडीज ने की करते हैं प्रोड्यूस करनी, आर्मी ऑफ एंटीबॉडीज, डिफरेंट टाइप की एंटीबॉडीज ਨੂੰ ਕੌਣ ਬਣਵਾਏਗਾ, बी सेल ਬਣਾਉਂਦੇ हैं। और टी सेल की करते हैं एक खुद ही एंटीबॉडी ने सक्रिएट करा, और सॉरी जो टी है किसी तरह की एंटीबॉडी सक्रिएट नहीं कराते, लेकिन ये की करने के स्टिमुलेट करने के बी सेल टी की करते हैं स्टिमुलेट बी सेल, टी सेल करने के स्टिमुलेट करने के किनो बी सेल और बी सेल की करते हैं एंटीबॉडीज ਨੂੰ प्रोड्यूस कराने की। टी खुद भी किलर का काम करते हैं, ਆਪਾਂ डिस्कस करते हैं नेक्स्ट। लेकिन फिलहाल जो बी सेल है, बी सेल अपने आप तो वर्क नहीं करते, बी सेल ਨੂੰ स्टिमुलेट कौन करते हैं, टी वाले सेल ही करते हैं, और फिर उस अकॉर्डिंग बी सेल की करते हैं एंटीबॉडीज प्रोड्यूस करते हैं। और बी ਜਿਹੜਾ है ਇਹ डिफरेंट टाइप्स ਦੀ एंटीबॉडीज ਨੂੰ प्रोड्यूस करेगा जिसਨੂੰ ਆਪਾਂ ਕਹਿੰਦੇ ਆ आर्मी ऑफ एंटीबॉडी। हो सकता है आर्मी ऑफ एंटीबॉडी कौन प्रोड्यूस करवाएगा, बी सेल का। क्लियर। नेक्स्ट टॉपिक को टाइप ऑफ अक्वायर्ड इम्यूनिटी दो तरह के आप ऑलरेडी कर चुके हैं, जो टेबल तो करा एक्टिव इम्यूनिटी और सेकंड वाली पैसिव। एक्टिव ਕਿਹੜੀ ਵਾਲੀ ਹੈ, ਜਿਹੜੀ ਕਿਸੇ ਇਨਫੈਕਸ਼ਨ ਆਪਾਂ ਖੁਦ ਵੈਕਸੀਨੇਸ਼ਨ ਦੇ ਜ਼ਰੀਏ ਆਪਾਂ ਇੰਡਿਊਸ ਕਰਾਉਂਦੇ ਆ ਆਫਟਰ ਨੈਚੁਰਲ ਇਨਫੈਕਸ਼ਨ ਔਰ ਵੈਕਸੀਨੇਸ਼ਨ। ਤੇ ਇਸ ਦੇ ਐਗਜ਼ਾਮਪਲਸ ਕਿਹੜੀਆਂ ਵਾਲੀਆਂ, ਇਸ ਦੇ ਐਗਜ਼ਾਮਪਲ ਵਿੱਚ ਆਏਗੀ ਨੈਚੁਰਲ ਐਕਟਿਵ ਇਮਿਊਨਿਟੀ। ਨੈਚੁਰਲ ਦੇ ਵਿੱਚ ਕੀ ਹੋਏਗਾ, ਬੋਡੀ ਨੂੰ ਇਨਫੈਕਸ਼ਨਸ ਹੋਈ ਹੈ
ਲਾਈਕ ਸਮੋਲ ਪੌਕਸ ਹੋ ਗਿਆ ਜਾਂ ਮੀਜ਼ਲਸ ਦੀ, ਮਮਪਸ, ਔਰ ਬੋਡੀ ਦੇ ਵਿੱਚ ਉਸਦੇ ਅਗੇਂਸਟ ਆਪਣੇ ਆਪ ਤੋਂ ਇੱਕ ਐਂਟੀਬੋਡੀ ਜਾਂ ਪ੍ਰੋਟੀਨ ਬਿਲਡ ਕਰੀ ਹੈ, ਤਾਂ ਉਸ ਚੀਜ਼ ਨੂੰ ਆਪਾਂ ਕੀ ਕਹਿ ਦਿੰਦੇ ਹਾਂ, ਨੈਚੁਰਲ ਐਕਟਿਵ ਇਮਿਊਨਿਟੀ, ਜੋ ਨੈਚੁਰਲ ਇਨਫੈਕਸ਼ਨ ਕਰਕੇ ਹੋਈ ਹੈ, ਚਾਹੇ ਸਮੋਲ ਪੌਕਸ ਦੀ ਇਨਫੈਕਸ਼ਨ ਹੋਈ ਹੈ, ਮੀਜ਼ਲਸ ਦੀ ਹੋ ਗਈ ਹੈ, ਮਮਪਸ ਦੀ ਹੋਈ ਹੈ। ਮਮਪਸ ਆਪਾਂ ਦੇਖਦੇ ਹਾਂ ਜਿਹੜੇ ਆਪਣੇ ਪੈਰੋਟਿਡ ਗਲੈਂਡ ਦੀ ਅਗਰ ਇਨਫੈਕਸ਼ਨ ਹੋਏ ਤਾਂ ਆਪਾਂ ਕੀ ਕਹਿੰਦੇ ਹਾਂ, ਮਮਪਸ ਹੋ ਗਏ। ਆਪਣੇ ਜੋ ਜਬੜਾ ਪ੍ਰੋਪਰ ਓਪਨ ਨਹੀਂ ਹੋ ਪਾਉਂਦਾ, ਔਰ ਉਹਦੇ ਨੀਚੇ ਤੁਸੀਂ ਦੇਖੋਗੇ ਆਹ ਵਾਲੀ ਜਗ੍ਹਾ ਤੇ ਕੀ ਹੋਏਗਾ, ਇੱਥੇ ਸਫੈਰੀਕਲ, ਆਪਾਂ ਪੰਜਾਬੀ ਵਿੱਚ ਗਲਪੜੇ ਵੀ ਕਹਿ ਦਿੰਦੇ ਨੇ, ਆਲੀ ਜਗ੍ਹਾ ਤੇ ਕੀ ਹੋ ਜਾਂਦਾ, ਇੱਕ ਛੋਟੇ ਛੋਟੇ ਬੋਲਸ ਟਾਈਪ ਸਕਿਨ ਦੇ ਅੰਦਰ ਹੋ ਜਾਂਦੇ ਆ, ਉਹਨੂੰ ਦਬਾਉਂਦੇ ਜਿੱਦਾਂ ਗਿਲਟੀ ਟਾਈਪ ਹੋ ਜਾਂਦੇ ਆ। ਤੇ ਜਿਸ ਕਰਕੇ ਕੀ ਹੁੰਦਾ ਕਿ ਆਪਣਾ ਮਾਊਥ ਜਿਹੜਾ ਓਪਨ ਹੋਣ 'ਚ ਵੀ ਦਰਦ ਹੋਏਗਾ, ਖਾਣਾ ਖਾਣ ਵਿੱਚ ਵੀ, ਤਾਂ ਉਸ ਚੀਜ਼ ਨੂੰ ਆਪਾਂ ਕਹਿੰਦੇ ਮਮਪਸ। ਮਮਪਸ ਕਦੋਂ ਹੁੰਦੇ ਆ, ਜਦੋਂ ਇਨਫੈਕਸ਼ਨ ਹੋ ਜਾਂਦੀ ਹੈ ਪੈਰੋਟਿਡ ਗਲੈਂਡ ਕਿੱਥੇ ਹੁੰਦੀ ਹੈ, ਜੋ ਮੋਲਰ ਹੁੰਦੀ ਹੈ, ਮੋਲਰ ਦੇ ਨੀਅਰ ਹੋਏਗੀ, ਔਰ ਉਸ ਦੀ ਜਿਹੜੀ ਇਨਫੈਕਸ਼ਨ ਹੋਣ ਕਰਕੇ ਮਮਪਸ ਹੁੰਦੇ ਆ। ਤਾਂ ਅਗਰ ਇੱਕ ਵਾਰੀ ਹੋ ਗਿਆ ਤਾਂ ਇਸ ਦੇ ਅਗੇਂਸਟ ਸੈਕਿੰਡ ਟਾਈਮ ਲਈ ਕੀ ਹੋਏਗਾ, ਐਂਟੀਬੋਡੀ ਬੋਡੀ ਖੁਦ ਤੋਂ ਬਿਲਡ ਕਰ ਲੇਗੀ, ਤਾਂ ਇਸ ਤਰ੍ਹਾਂ ਦੇ ਜਿਹੜੇ ਰਿਸਪੌਂਸ ਹੁੰਦੇ ਉਸ ਨੂੰ ਆਪਾਂ ਕਹਿੰਦੇ ਨੈਚੁਰਲ ਐਕਟਿਵ ਇਮਿਊਨਿਟੀ। ਔਰ ਸੈਕਿੰਡ ਵਿੱਚ ਆਪਣੇ ਕੋਲ ਆਰਟੀਫਿਸ਼ੀਅਲ ਆਪਾਂ ਕੀ ਕਰਦੇ ਆ, ਬਾਹਰ ਤੋਂ ਵੈਕਸੀਨੇਸ਼ਨ ਪ੍ਰੋਵਾਈਡ ਕਰਦੇ ਆ, ਲਾਈਕ ਜਿਵੇਂ ਆਪਣੇ ਕੋਲ ਪੋਲੀਓ ਵੈਕਸੀਨ ਆਪਾਂ ਦਿੰਦੇ ਆ ਬੱਚਿਆਂ ਨੂੰ, ਪੋਲੀਓ ਵੈਕਸੀਨ ਦਿੰਦੇ ਆ, ਤਾਂ ਉਹਦੇ ਨਾਲ ਕੀ ਹੁੰਦਾ, ਆਰਟੀਫਿਸ਼ੀਅਲ ਐਕਟਿਵ ਇਮਿਊਨਿਟੀ ਬੱਚਿਆਂ ਦੇ ਵਿੱਚ ਡਿਵੈਲਪ ਹੁੰਦੀ। ਪੋਲੀਓ ਵੈਕਸੀਨ ਇੱਕ ਤਰ੍ਹਾਂ ਦੀ ਉਦਾਹਰਨ ਐਗਜ਼ਾਮਪਲ ਹੈ, ਜਿਹਦੇ ਵਿੱਚ ਕੀ ਹੁੰਦਾ ਗਾ, ਇਮਿਊਨਿਟੀ ਵੈਕਸੀਨੇਸ਼ਨ ਦੇ ਦੁਆਰਾ ਜਬ ਪਰ ਇੰਜੈਕਟ ਦੀ ਮਾਈਕਰੋਬ ਡੈਲੀਬਰੇਟਿੰਗ ਡਿਊਰਿੰਗ ਇਮਿਊਨਾਈਜੇਸ਼ਨ, ਇਹਦੇ ਚ ਡੈਡ ਜਾਂ ਫਿਰ ਵੀਕਨ ਡੈਡ ਔਰ ਵੀਕਨ ਮਾਈਕਰੋਬ ਨੂੰ ਇੰਜੈਕਟ ਕਰਿਆ ਜਾਂਦਾ। ਵੈਕਸੀਨੇਸ਼ਨ ਕਿੱਥੋਂ ਬਣੀ ਜਾਂਦੀ, ਡੈਡ ਜਾਂ ਫਿਰ ਵੀਕਨ ਮਾਈਕਰੋਬ ਤੋਂ ਬਣਾਈ ਜਾਂਦੀ ਹੈ, ਔਰ ਬੋਡੀ ਦੇ ਵਿੱਚ ਇੰਜੈਕਟ ਕਰੀ ਜਾਂਦੀ ਹੈ। ਬੋਡੀ ਡੈਡ ਜਾਂ ਵੀਕਨ ਦੇ ਅਗੇਂਸਟ ਐਂਟੀਬੋਡੀ ਤਿਆਰ ਕਰ ਦਿੰਦੀ। ਵੀਕਨ ਹੋਣਗੇ ਉਹ ਬੋਡੀ ਦੇ ਵਿੱਚ ਉਨੀ ਜਲਦੀ ਪ੍ਰੋਲੀਫਰੇਟ ਨਹੀਂ ਕਰ ਪਾਉਣਗੇ, ਆਪਣੀ ਗਰੋਥ ਨਹੀਂ ਕਰ ਪਾਉਣਗੇ, ਲੇਕਿਨ ਬੋਡੀ ਨੂੰ ਉਸ ਦੇ ਅਗੇਂਸਟ ਟਾਈਮ ਮਿਲ ਜਾਏਗਾ, ਉਸ ਟਾਈਮ ਦੇ ਵਿੱਚ ਬੋਡੀ ਕੀ ਕਰੇਗੀ, ਉਸ ਦੇ ਅਗੇਂਸਟ ਐਂਟੀਬੋਡੀ ਬਣਾ ਲਏਗੀ। ਤਾਂ ਐਂਟੀਬੋਡੀ ਆਪਾਂ ਬਾਹਰ ਤੋਂ ਮਾਈਕਰੋਸਕੋਪ ਨੂੰ ਖੁਦ ਤੋਂ ਐਂਟਰ ਕਰਵਾ ਕੇ ਆਪਾਂ ਇੰਡਿਊਸ ਕਰ ਰਹੇ ਹਾਂ, ਤਾਂ ਇਸ ਲਈ ਇਹ ਵਾਲੀ ਜਿਹੜੀ ਆ, ਇਸ ਨੂੰ ਆਪਾਂ ਆਰਟੀਫਿਸ਼ੀਅਲ ਐਕਟਿਵ ਇਮਿਊਨਿਟੀ ਕਹਿੰਦੇ। ਐਕਟਿਵ ਇਸ ਲਈ ਕਿਉਂਕਿ ਬੋਡੀ ਖੁਦ ਤੋਂ ਹੀ ਐਂਟੀਬੋਡੀ ਬਣਾ ਰਹੀ ਹੈ, ਨਾ ਕਿ ਆਪਾਂ ਬਾਹਰ ਤੋਂ ਸਪਲਾਈ ਦੇ ਰਹੇ ਹਾਂ। ਪਰਫਾਰਮਡ ਐਂਟੀਬੋਡੀ ਆਪਾਂ ਬੋਡੀ ਦੇ ਵਿੱਚ ਨਹੀਂ ਦੇ ਰਹੇ। ਸੈਕਿੰਡ ਹੈ ਪੈਸਿਵ ਦੇ ਵਿੱਚ ਕੀ ਹੈ ਕਿ ਆਪਾਂ ਪਰਫਾਰਮ ਬਾਹਰ ਤੋਂ ਐਂਟੀਬੋਡੀ ਡਾਇਰੈਕਟਲੀ ਬੋਡੀ ਨੂੰ ਇੰਜੈਕਟ ਕਰਨੀ ਆ। ਇਸਦੇ ਇੱਕ ਉਦਾਹਰਨ ਨੈਚੁਰਲ ਪੈਸਿਵ ਇਮਿਊਨਿਟੀ, ਇਹਦੇ ਵਿੱਚ ਮਦਰ ਤੇ ਜੋ ਮਿਲਕ ਹੈ, ਯੈਲੋਇਸ਼ ਫਲੂਇਡ ਕੋਲੋਸਟ੍ਰਮ ਜਿਹੜਾ ਹੈਗਾ ਫਸਟ ਮਿਲਕ ਦੇ ਵਿੱਚ ਪ੍ਰੈਜ਼ੈਂਟ ਹੁੰਦਾ, ਤਾਂ ਉਸ ਦੇ ਵਿੱਚ ਇੱਕ ਐਂਟੀਬੋਡੀ ਹੁੰਦੀ ਹੈ IgA। IgA ਜਿਹੜੀ ਹੈਗੀ ਐਂਟੀਬੋਡੀ, ਇਹ ਮਿਲਕ ਦੇ ਵਿੱਚ ਹੋਏਗੀ, ਔਰ ਇਨਫੈਂਟ ਜਦੋਂ ਫਸਟ ਮਿਲਕ ਫੀਡਿੰਗ ਲਏਗਾ ਤਾਂ ਉਹਦੇ ਵਿੱਚ ਮਿਲਕ ਦੇ ਨਾਲ IgA ਐਂਟੀਬੋਡੀ ਵੀ ਉਸਦੇ ਬੋਡੀ ਦੇ ਵਿੱਚ ਜਾਏਗੀ। ਔਰ ਸੈਕੰਡਲੀ ਇੱਕ ਹੋਰ ਐਂਟੀਬੋਡੀ ਹੈ ਜੋ ਮਦਰ ਦੇ ਜੋ ਬੇਬੀ ਡਿਵੈਲਪਿੰਗ ਬੇਬੀ ਹੈ, ਉਹ ਪਲੇਜ਼ੈਂਟਾ ਦੇ ਥਰੂ IgG ਨਾਮ ਦੀ ਇੱਕ ਐਂਟੀਬੋਡੀ ਹੈ, ਉਸ ਨੂੰ ਕੀ ਕਰੇਗਾ, ਅਟੇਨ ਕਰੇਗਾ। ਕਿਹਦੇ ਥਰੂ ਕਰਦਾ ਹੈ, ਪਲੇਜ਼ੈਂਟਾ ਦੇ ਥਰੂ, ਕਿਉਂਕਿ ਇਹ ਸਭ ਤੋਂ ਸਮੋਲੈਸਟ ਹੈ। IgG ਕੀ ਹੈਗੀ ਹੈ, ਸਮੋਲੈਸਟ ਐਂਟੀਬੋਡੀ ਹੈ। ਯਾਦ ਰੱਖ ਲੈਣਾ, ਸਭ ਤੋਂ ਸਮੋਲੈਸਟ ਐਂਟੀਬੋਡੀ ਪੁੱਛ ਲੈਣ ਤਾਂ ਕਿਹੜੇ ਵਾਲੀ ਹੈ, ਪਲੇਜ਼ੈਂਟਾ ਦੇ ਥਰੂ, ਕਿਹੜੇ ਵਾਲੀ ਪਾਸ ਕਰ ਜਾਂਦੀ ਹੈ, IgG। ਉਹ ਕੋਲੋਸਟ੍ਰਮ ਦੇ ਵਿੱਚ ਕਿਹੜੇ ਵਾਲੀ ਐਂਟੀਬੋਡੀ ਹੈ, IgA। ਇੰਪੋਰਟੈਂਟ ਕੁਐਸਚਨਸ ਹੈਗੇ, ਪੁੱਛੇ ਜਾ ਸਕਦੇ। ਨੈਕਸਟ ਹੈ ਆਰਟੀਫਿਸ਼ੀਅਲ ਪੈਸਿਵ ਇਮਿਊਨਿਟੀ। ਆਰਟੀਫਿਸ਼ੀਅਲ ਪੈਸਿਵ ਇਮਿਊਨਿਟੀ ਹੁੰਦੀ ਕਿ ਆਪਾਂ ਬਾਹਰ ਤੋਂ ਹੀ ਆਰਟੀਫਿਸ਼ਲੀ ਐਂਟੀਬੋਡੀ ਬੋਡੀ ਨੂੰ ਦੇ ਰਹੇ ਹਾਂ, ਆਰਟੀਫਿਸ਼ਲੀ ਐਂਟੀਬੋਡੀ ਜੋ ਪ੍ਰੋਵਾਈਡ ਕਰਨੀ ਬੋਡੀ ਨੂੰ। ਇਹਦੇ ਵਿੱਚ ਆਪਣੇ ਕੋਲ ਐਗਜ਼ਾਮਪਲ ਹੈ ਐਂਟੀਵੀਨੋਮ ਆਫਟਰ ਸਨੇਕ ਬਾਈਟ। ਅਗਰ ਕੋਈ ਸੱਪ ਕਿਸੇ ਪਰਸਨ ਨੂੰ ਡਸ ਜਾਂਦਾ ਤਾਂ ਉਹਦੇ ਵਿੱਚ ਆਪਾਂ ਦਿੰਦੇ ਗਏ ਐਂਟੀਵੀਨੋਮ।
ਐਂਟੀਵੀਨੋਮ ਵੀ ਐਂਟੀਬੋਡੀ ਹੈ ਜੋ ਸਨੇਕ ਬਾਈਟ ਤੋਂ ਬਾਅਦ ਵਿੱਚ ਪਰਸਨ ਨੂੰ ਦੇ ਜਾਂਦੀ ਹੈ ਔਰ ਇੱਕ ਤਰ੍ਹਾਂ ਦੇ ਪਰਫਾਰਮਡ ਐਂਟੀਬੋਡੀ ਹੈ। ਔਰ ਐਂਟੀ ਟੈਟਨਸ ਸੀਰਮ ਇਹ ਵੀ ਐਂਟੀਬੋਡੀ ਆਪਾਂ ਕਿਸੇ ਨੂੰ ਅਗਰ ਸੱਟ ਵਗੈਰਾ ਲੱਗਦੀ ਤਾਂ ਆਪਾਂ ਐਂਟੀ ਟੈਟਨਸ ਸੀਰਮ ਪ੍ਰੋਵਾਈਡ ਕਰਦੇ ਹਾਂ ਜਦੋਂ ਵੀ ਕਿਸੇ ਨੂੰ ਇੰਜਰੀ ਆਉਂਦੀ ਹੈ ਤਾਂ ਕਿ ਉਹਦੇ ਜੋ ਸੈੱਲ ਹੈਗੇ ਆ ਖੁਦ ਤੋਂ ਕੈਂਸਰ ਤੋਂ ਬਚਾਉਣ ਲਈ ਆਪਾਂ ਇਸਦਾ ਯੂਜ਼ ਕਰਦੇ ਹਾਂ ਐਂਟੀ ਟੈਟਨਸ ਸੀਰਮ। ਇਨਫੈਕਸ਼ਨਸ ਨੂੰ ਰੋਕਣ ਲਈ ਇਹ ਵਾਲੀ ਟੈਟਨਸ ਆਪਾਂ ਇਸ ਦਾ ਇੰਜੈਕਸ਼ਨ ਲੈਂਦੇ ਹਾਂ। ਨੈਕਸਟ ਡਿਫਰੈਂਸ ਆ ਗਿਆ, ਡਿਫਰੈਂਸ ਆਲਰੇਡੀ ਆਪਾਂ ਕਰ ਚੁੱਕੇ ਹਾਂ। ਨੈਕਸਟ ਹੈ ਇਮਿਊਨ ਸਿਸਟਮ। ਇਮਿਊਨ ਸਿਸਟਮ ਦੇ ਵਿੱਚ ਕਿਹੜੇ ਵਾਲੇ ਬੋਡੀ ਪਾਰਟਸ ਇਨਵੋਲਵ ਹੋਣਗੇ ਇਮਿਊਨ ਸਿਸਟਮ ਇਨ ਬੋਡੀ। ਤਾਂ ਇਮਿਊਨ ਸਿਸਟਮ ਜਿਹੜਾ ਬੋਡੀ ਦਾ ਕੰਸਿਸਟ ਹੋਇਆ ਲਿੰਫੋਇਡ ਆਰਗਨ, ਲਿੰਫੋਇਡ ਟਿਸ਼ੂ, ਸਪੈਸ਼ਲਾਈਜ਼ਡ ਸੈੱਲ ਜਿਹਦੇ ਚ ਲਿੰਫੋਸਾਈਟ ਤੇ ਐਂਟੀਜਨ ਪ੍ਰੈਜ਼ੈਂਟਿੰਗ ਸੈੱਲ ਆਉਣਗੇ। ਇਹ ਦੱਸਾਂਗੇ ਤੁਹਾਨੂੰ ਐਂਟੀਜਨ ਪ੍ਰੈਜ਼ੈਂਟਿੰਗ ਸੈੱਲ ਕਿਹੜੇ ਵਾਲੇ ਹੋਣਗੇ। ਨੈਕਸਟ ਸੋਲੂਬਲ ਮੋਲੀਕੂਲ ਲਾਈਕ ਐਂਟੀਬੋਡੀ। ਐਂਟੀਬੋਡੀਜ਼ ਦਾ ਆਪਾਂ ਨੂੰ ਪਤਾ ਬੀ ਸੈੱਲ ਇਹਨੂੰ ਪ੍ਰਪੇਅਰ ਕਰੇਗਾ। ਜੋ ਉੱਪਰ ਵਾਲਾ ਕੰਮ ਹੈ ਇਹ ਦੋਨੋਂ ਮਿਲ ਕੇ ਕਰਨਗੇ, ਟੀ ਤੇ ਬੀ ਸੈੱਲ। ਤਾਂ ਲਿੰਫੋਇਡ ਟਿਸ਼ੂ ਦੀ ਗੱਲ ਕਰਦੇ ਹੋ ਔਰ ਲਿੰਫੋਇਡ ਆਰਗਨ, ਇਹ ਦੋ ਚੀਜ਼ਾਂ ਤੁਹਾਡੇ ਲਈ ਨਵੀਆਂ। ਲਿੰਫੋਇਡ ਟਿਸ਼ੂ ਕਿਹੜੇ ਹੋਣਗੇ, ਪਹਿਲਾਂ ਆਪਾਂ ਗੱਲ ਕਰੀਏ ਲਿੰਫੋਇਡ ਆਰਗਨ। ਲਿੰਫੋਇਡ ਆਰਗਨ ਉਹ ਹੋਣਗੇ ਜਿੱਥੇ ਲਿੰਫ ਜਾਂ ਲਿੰਫੋਸਾਈਟ ਕੀ ਹੁੰਦੇ ਆ ਪ੍ਰੋਡਿਊਸ ਹੁੰਦੇ ਆ। ਲਿੰਫੋਇਡ ਆਰਗਨ ਕਿਹੜੇ ਵਾਲੇ ਜਿੱਥੇ ਪ੍ਰੋਡਿਊਸ ਹੋਣਗੇ ਔਰ ਮੈਚਿਓਰ ਹੋਣ। ਤਾਂ ਪ੍ਰਾਇਮਰੀ ਲਿੰਫੋਇਡ ਆਰਗਨ ਕਿਹੜੇ ਵਾਲੇ ਹੈਗੇ ਆ where immature lymphocyte differentiate into antigen sensitive lymphocyte। ਬੋਨ ਮੈਰੋ ਐਂਡ ਥੈਮਸ ਇਹ ਦੋ ਤਰ੍ਹਾਂ ਦੇ ਆਰਗਨ ਹੈਗੇ ਆ ਆਪਣੀ ਬੋਡੀ ਦੇ ਅੰਦਰ ਜਿੱਥੇ ਲਿੰਫੋਸਾਈਟ ਜਿਹੜੇ ਹੈਗੇ ਆ ਉਹ ਪ੍ਰੋਡਿਊਸ ਹੁੰਦੇ ਆ। ਤਾਂ ਬੋਨ ਮੈਰੋ ਕਿਹੜੇ ਵਾਲਾ ਹੈ, ਬੋਨ ਮੈਰੋ ਦੇ ਵਿੱਚ ਓਰੀਜਿਨੇਟ ਹੋਣਗੇ ਦੋਨੋਂ ਟਾਈਪ। ਓਰੀਜਿਨੇਟ ਕਿੱਥੇ ਹੁੰਦੇ ਆ, ਬੀ ਤੇ ਟੀ ਦੋਨੋਂ ਓਰੀਜਿਨੇਟ ਹੋਣਗੇ ਬੋਨ ਮੈਰੋ। ਬੋਨ ਮੈਰੋ। ਲੇਕਿਨ ਜੋ ਥੈਮਸ ਹੈ, ਥੈਮਸ ਕੀ ਕਰੇਗਾ, ਇਹ ਇੱਕ ਤਰ੍ਹਾਂ ਦਾ এনवायरमेंट ਪ੍ਰੋਵਾਈਡ ਕਰੇਗਾ ਟੀ ਸੈੱਲ ਨੂੰ। ਕਿਹਨੂੰ ਕਰੇਗਾ, ਟੀ ਲਿੰਫੋਸਾਈਟ ਜਿਹੜੇ ਹੈਗੇ ਆ एनवायरमेंट प्रोवाइड करेगा टी लिम्फोसाइट ਨੂੰ ਮੈਚਿਓਰ ਹੋਣ ਲਈ। ਮੈਚੂਰੇਸ਼ਨ ਆਫ ਟੀ ਸੈੱਲ ਕਿੱਥੇ ਹੋਏਗੀ, ਥਾਈਮਸ ਅੰਦਰ। ਦੋਨੋਂ ओरिजिनेट ਕਿੱਥੇ ਹੋ ਰਹੇ ਆ ਆਪਣੇ ਕੋਲ, ਬੋਨ ਮੈਰੋ ਅੰਦਰ। ਲੇਕਿਨ ਟੀ ਜਿਹੜੇ ਹੋਣਗੇ ਇਮੈਚੁਰ ਸੈੱਲ ਹੋਣਗੇ ਉਹ ਥਾਈਮਸ ਤੱਕ ਆਉਣਗੇ ਔਰ ਥਾਈਮਸ ਦੇ ਵਿੱਚ ਕੀ ਹੋਏਗੀ, ਉਹਨਾਂ ਦੀ ਮੈਚੂਰੇਸ਼ਨ ਹੋਏਗੀ। ਮੈਚੂਰੇਸ਼ਨ ਲਈ ਆਪਣੇ ਕੋਲ ਥਾਈਮਸ ਹੋਏਗਾ, ਕਿਹਦੇ ਲਈ, ਟੀ ਸੈੱਲ ਲਈ। ਟੀ ਸੈੱਲ ਦੀ ਮੈਚੂਰੇਸ਼ਨ ਕਿੱਥੇ ਹੋਏਗੀ, ਥਾਈਮਸ ਅੰਦਰ। ਲੇਕਿਨ ਦੋਨੋਂ ਤਰ੍ਹਾਂ ਦੇ ਲਿੰਫੋ ਜਿਹੜੇ ਆਪਣੇ ਕੋਲ ਲਿੰਫੋਸਾਈਟ ਹੈਗੇ ਪ੍ਰੋਡਿਊਸ ਕਿੱਥੇ ਹੋਣਗੇ, ਬੋਨ ਮੈਰੋ। ਔਰ ਪ੍ਰਾਇਮਰੀ ਲਿੰਫੋਇਡ ਆਰਗਨ ਕੀ ਕਰਨਗੇ, ਇਹ ਐਂਟੀਜਨ ਸੈਂਸਿਟਿਵ ਸੈੱਲ ਐਂਡ ਲਿੰਫੋਸਾਈਟ ਨੂੰ ਡਿਫਰੈਂਸ਼ੀਏਟ ਕਰਨਗੇ। ਦੋ ਤਰ੍ਹਾਂ ਦੇ ਆਪਾਂ ਗੱਲ ਕਰ ਰਹੇ ਹਾਂ ਜਿਹਦੇ ਇਮਿਊਨ ਸਿਸਟਮ ਦੇ ਵਿੱਚ ਐਂਟੀਜਨ ਸੈਂਸਿਟਿਵ ਸੈੱਲ ਐਂਡ ਲਿੰਫੋਸਾਈਟ ਇਹਨਾਂ ਡਿਫਰੈਂਸ਼ੀਏਟ ਕਰਨਗੇ। ਔਰ ਬੋਨ ਮੈਰੋ ਦੇ ਅੰਦਰ ਪ੍ਰੋਡਿਊਸ ਹੋ ਰਹੇ ਟੀ ਸੈੱਲ ਤੇ ਬੀ ਸੈੱਲ ਐਂਡ ਥਾਈਮਸ ਦੇ ਅੰਦਰ ਟੀ ਸੈੱਲ ਦੀ ਮੈਚੂਰੇਸ਼ਨ ਹੋਏਗੀ। ਤਾਂ ਆਪਣੇ ਕੋਲ ਆਲਰੇਡੀ ਦੇ ਰੱਖਿਆ ਹੈ ਬੋਨ ਮੈਰੋ ਇਜ਼ ਅ ਮੇਨ ਲਿੰਫੋਇਡ ਆਰਗਨ of all the blood cell including lymphocyte are produced। ਜਿੰਨੇ ਵੀ ਤਰ੍ਹਾਂ ਦੇ ਬਲੱਡ ਸੈੱਲ ਹੁੰਦੇ ਆ ਆਪਣੇ ਉਹ ਸਾਰੇ ਦੇ ਸਾਰੇ ਬੋਨ ਮੈਰੋ ਦੇ ਅੰਦਰ ਪ੍ਰੋਡਿਊਸ ਹੋ ਰਹੇ ਆ ਇਨਕਲੂਡਿੰਗ ਲਿੰਫੋਸਾਈਟ। ਤੇ ਲਿੰਫੋਸਾਈਟ ਵਿੱਚ ਟੀ ਤੇ ਬੀ ਦੋਨੋਂ ਹੀ ਆਉਣਗੇ, ਟੀ ਸੈੱਲ ਐਂਡ ਬੀ ਸੈੱਲ। ਤੇ ਥੈਮਸ ਕੀ ਕਰ ਰਿਹਾ, ਥੈਮਸ ਲੋਬਡ ਆਰਗਨ ਹੋਏਗਾ ਜੋ ਹਾਰਟ ਦੇ ਬਨੀਥ ਤੇ ਬ੍ਰੈਸਟ ਬੋਨ ਦੇ ਵਿੱਚ ਹੋਏਗਾ।
ਨੀਅਰ ਪ੍ਰੈਜ਼ੈਂਟ ਹੋਏਗਾ। ਤਾਂ ਥਾਈਮਸ ਦਾ ਕੰਮ ਕੀ ਹੈਗਾ, ਇਹ ਬਰਥ ਦੇ ਟਾਈਮ ਇੰਕਰੀਜ਼ ਹੋਏਗਾ। ਜਦੋਂ ਬਰਥ ਹੋਏਗੀ ਉਦੋਂ ਦਾ ਸਾਈਜ਼ ਕੀ ਹੋਏਗਾ, ਬਰਥ ਟਾਈਮ ਇਹਦਾ ਸਾਈਜ਼ ਕੀ ਹੋਏਗਾ, ਬਰਥ ਟਾਈਮ ਕੀ ਹੋਏਗਾ, ਲਾਰਜ ਸਾਈਜ਼। ਜਦੋਂ ਤਾਂ ਏਜ ਇੰਕਰੀਜ਼ ਹੋਏਗੀ ਤੇ ਇਸ ਦਾ ਸਾਈਜ਼ ਕੀ ਹੋਏਗਾ, ਡਿਕਰੀਜ਼ ਹੁੰਦਾ ਜਾਏਗਾ, ਰਿਡਿਊਸ ਹੁੰਦਾ ਜਾਏਗਾ। ਏਜ ਇੰਕਰੀਜ਼, ਸਾਈਜ਼ ਇਸ ਦਾ ਡਿਕਰੀਜ਼ ਹੁੰਦਾ ਜਾਏਗਾ। The thymus is acute large time of the birth is reducing size with the age. By the time of puberty, get reduced a very small. Both the bone marrow and thymus provide a microenvironment for the development and maturation of T lymphocyte. ਦੇਖੋ ਜੋ ਮੈਚਿਓਰ ਹੋਣ ਲਈ ਹੈ ਉਹ ਟੀ ਦੇ ਵਿੱਚ ਹੋਣਗੇ, ਇਹ ਵਾਲੇ ਟੀ ਲਿੰਫੋਸਾਈਡ ਥਾਈਮਸ ਦੇ ਵਿੱਚ ਮੈਚਿਓਰ ਹੋਣਗੇ, ਪ੍ਰੋਡਿਊਸ ਕਿੱਥੋਂ ਹੋਣਗੇ, ਬੋਨ ਮੈਰੋ। ਤਾਂ ਇਹ ਸੀ ਆਪਣੇ ਪ੍ਰਾਇਮਰੀ ਲਿੰਫੋਇਡ ਆਰਗਨ। ਪ੍ਰਾਇਮਰੀ ਲਿੰਫੋਇਡ ਆਰਗਨ ਪੁੱਛ ਲੈਣਗੇ ਤਾਂ ਤੁਸੀਂ ਬੋਨ ਮੈਰੋ ਐਂਡ ਥਾਈਮਸ ਕਹਿਣਾ, ਇਹ ਦੋ ਹੀ ਪ੍ਰਾਇਮਰੀ ਆਰਗਨ ਹੈਗੇ ਆ ਆਪਣੇ ਕੋਲ, ਪ੍ਰਾਇਮਰੀ ਲਿੰਫੋਇਡ ਆਰਗਨ ਬੋਨ ਮੈਰੋ, ਬੋਨ ਮੈਰੋ ਐਂਡ ਸੈਕਿੰਡ ਆਪਣੇ ਕੋਲ ਥਾਈਮਸ। ਕੋਈ ਹੋਰ ਆਰਗਨ ਦਾ ਆਪਾਂ ਨਾਮ ਨਹੀਂ ਲੈਣਾ, ਅਗਰ ਪ੍ਰਾਇਮਰੀ ਲਿੰਫੋਇਡ ਆਰਗਨ ਪੁੱਛਣਾ ਤਾਂ ਇਹ ਵਾਲੇ ਹੀ ਆਣਗੇ। ਮੈਚੂਰੇਸ਼ਨ ਪੁੱਛਣਾ ਟੀ ਸੈਲ ਦੀ ਕਿੱਥੇ ਹੋਏਗੀ, ਥਾਈਮਸ ਅੰਦਰ, ਔਰ ਪ੍ਰੋਡਿਊਸ ਕਿੱਥੇ ਹੋ ਰਿਹਾ ਹੈ, ਬੋਨ ਮੈਰੋ। ਸੈਕਿੰਡ ਆਪਣੇ ਕੋਲ ਸੈਕੰਡਰੀ ਲਿੰਫੋਇਡ ਆਰਗਨ। ਸੈਕੰਡਰੀ ਲਿੰਫੋਇਡ ਆਰਗਨ ਦੇ ਵਿੱਚ ਆਏਗਾ ਕੀ ਇਸ ਸੈਕੰਡਰੀ ਲਿੰਫੋਇਡ ਆਰਗਨ ਵਿੱਚ ਆਪਣੇ ਕੋਲ ਆਣਗੇ ਜਿੱਥੇ ਲਿੰਫੋਸਾਈਟ ਇੰਟਰੈਕਟ ਹੋਣਗੇ। ਲਿੰਫੋਸਾਈਟ ਕੀ ਹੋਣਗੇ, ਜੋ ਬੀ ਤੇ ਟੀ ਸੈਲ ਜਾਂ ਐਂਟੀਜਨ ਸੈਂਸਿਟਿਵ ਸੈੱਲ ਜਿਹੜੇ ਹੈਗੇ ਆ ਉਹ ਇੰਟਰੈਕਟ ਕਰਨਗੇ ਐਂਟੀਜਨ ਨਾਲ, ਤੇ ਫਿਰ ਉਹ ਆਪਣੇ ਆਪ ਨੂੰ ਪ੍ਰੋਲੀਫੇਰੇਟ ਕਰਨਗੇ, ਆਪਣੇ ਜਿਹੜੇ ਸੈੱਲ ਹੈਗੇ ਆ ਉਸਦਾ ਕਾਊਂਟ ਇੰਕਰੀਜ਼ ਕਰ ਲੈਣ। ਸਪੋਜ਼ ਕਰੋ ਕਿ ਬੈਕਟੀਰੀਆ, ਜਿਵੇਂ ਆਪਣੇ ਕੋਲ ਨੀਚੇ ਇੱਥੇ ਦੇਖੋ ਤੁਸੀਂ ਸਟਰਕਚਰ ਦੇ ਵਿੱਚ ਆ ਸਾਰੇ ਦੇ ਸਾਰਾ ਜਿੱਦਾਂ ਆਪਣੇ ਬਲੱਡ ਸਰਕੂਲੇਸ਼ਨ ਸਿਸਟਮ ਚੱਲਦਾ ਨਾ, ਉਵੇਂ ਹੀ ਲਿੰਫ ਸਿਸਟਮ ਵੀ ਆਪਣੇ ਬੋਡੀ ਦਾ ਬਿਲਕੁਲ ਛੋਟੇ ਛੋਟੇ ਅੱਦਾਂ ਦੀਆਂ ਵੈਸਲਸ ਹੈਗੀਆਂ ਜਿਹੜੀਆਂ ਲਿੰਫ ਵੈਸਲ ਹੈਗੀ। ਤਾਂ ਆ ਥਾਈਮਸ ਦੀ ਲੋਕੇਸ਼ਨ ਦੇ ਰੱਖੀ ਆ ਆਪਣੇ ਕੋਲ, ਜਿੱਥੇ ਲਿੰਫ ਨੋਡ ਦੇ ਰੱਖਿਆ, ਆ ਲਿੰਫ ਦੇ ਰੱਖੀਆਂ, ਲਿੰਫ ਵੈਸਲ। ਲਿੰਫ ਵੈਸਲ ਦੇ ਵਿੱਚ ਕੀ ਹੈਗਾ, ਲਿੰਫ ਦੌੜਦਾ ਜਿਹਦੇ ਵਿੱਚ ਆਰਬੀਸੀ ਨਹੀਂ ਹੁੰਦੇ ਲੇਕਿਨ WBC ਐਂਟੀਬੋਡੀ ਸਭ ਚੀਜ਼ਾਂ ਹੋਣਗੀਆਂ, ਆਰਬੀਸੀ ਨਹੀਂ ਛੋੜਦੇ। ਆ ਦੇਖੋ ਲਿੰਫ ਵੈਸਲ ਆਪਣੀ ਬੋਡੀ ਦੇ ਵਿੱਚ ਉਦਾਂ ਹੀ ਚੱਲ ਰਹੀਆਂ, ਜਿੱਥੇ ਜਿੱਥੇ ਆਪਣੇ ਬਲੱਡ ਵੈਸਲ ਜਾਂਦੀਆਂ ਉੱਥੇ ਹੀ ਲਿੰਫ ਵੈਸਲ ਵੀ ਨਾਲ ਦੇ ਨਾਲ ਹੀ ਜਾਂਦੇ। ਔਰ ਆਲਰੇਡੀ ਲਿੰਫ ਵੈਸਲ ਦਾ ਮੈਂ ਕੰਮ ਦੱਸਿਆ ਵੀ ਹੋਇਆ ਤੁਹਾਨੂੰ ਕਿ ਲਿੰਫ ਜਾਂ ਜੋ ਟਿਸ਼ੂ ਫਲੂਇਡ ਹੈ ਉਸ ਨੂੰ ਵੀ ਕੀ ਕਰਦੇ, ਕਲੈਕਟ ਕਰਦੇ ਆ ਲਿੰਫ, ਔਰ ਵਾਪਸ ਉਹ ਵੇਨ ਦੇ ਵਿੱਚ ਉਸ ਬਲੱਡ ਨੂੰ ਭੇਜਦੀਆਂ ਜਾਂ ਉਸ ਫਲੂਇਡ ਨੂੰ ਭੇਜਦੀਆਂ ਤਾਂ ਕਿ ਬਲੱਡ ਦਾ ਜਿਹੜਾ ਵੋਲੀਅਮ ਹੈ ਮੇਨਟੇਨ ਰਹੇ। ਹੁਣ ਦੇਖੋ ਜਿਹੜਾ ਲਿੰਫ ਨੋਡ ਦੇ ਰੱਖੇ ਤੇ ਲਿੰਫ ਨੋਡ ਤੇ ਕੀ ਪਿਆ ਹੋਇਆ ਆਪਣੇ ਕੋਲ, ਲਿੰਫੋਸਾਈਟ ਪਏ ਹੋਏ ਆ। ਤਾਂ ਕੋਈ ਵੀ ਅਗਰ ਬੈਕਟੀਰੀਆ ਜਾਂ ਕੋਈ ਵੀ ਚੀਜ਼ ਐਂਟਰ ਕਰੇਗੀ ਤਾਂ ਉਹ ਕੀ ਕਰੇਗੀ, ਲਿੰਫ ਨੋਡ 'ਚ ਆ ਕੇ ਟਰੈਪ ਹੋ ਜੀ, ਤੇ ਲਿੰਫ ਨੋਡ ਕੀ ਕਰੇਗਾ ਅੱਗੇ ਇੱਥੋਂ ਜੋ ਲਿੰਫੋਸਾਈਟ ਹੋਣਗੇ ਉਸ ਨਾਲ ਇੰਟਰੈਕਟ ਕਰਾਏਗਾ, ਔਰ ਲਿੰਫੋਸਾਈਟ ਜਿਹੜੇ ਹੋਣਗੇ ਉਹ ਆਪਣੇ ਨੰਬਰ ਨੂੰ ਇੰਕਰੀਜ਼ ਕਰ ਲੈਣਗੇ, ਔਰ ਉਸਦਾ ਰਿਸਪੌਂਸ ਜੋ ਹੋਏਗਾ ਉਸ ਐਂਟੀਜਨ ਨੂੰ ਲੈ ਕੇ ਜਾਂ ਬੈਕਟੀਰੀਆ ਨੂੰ ਲੈ ਕੇ ਉਹ ਆਪਣਾ ਰਿਸਪੌਂਸ ਦੇਣਗੇ। ਆ ਲਿੰਫ ਨੋਡ ਤੇ ਕੀ ਹੋਏਗੀ, ਇਹ ਸਾਈਟ ਹੈਗੀ ਜਿੱਥੇ ਇੰਟਰੈਕਸ਼ਨ ਹੋਏਗੀ, ਜੋ ਬਾਹਰ ਤੋਂ ਫੋਰਨ ਏਜੈਂਟ ਆ ਗਿਆ ਔਰ ਨਾਲ ਲਿੰਫੋਸਾਈਟ ਦੀ। ਲਿੰਫ ਨੋਡ ਦਾ ਕੰਮ ਇਹ ਹੁੰਦਾ। ਦੇਖੋ ਆਫਟਰ ਮੈਚੂਰੇਸ਼ਨ the lymphocyte migrate to secondary lymphoid organ like spleen। ਜਦੋਂ ਮੈਚੂਰੇਸ਼ਨ ਹੋ ਗਈ ਥਾਈਮਸ ਦੇ ਅੰਦਰ, ਉਸ ਤੋਂ ਬਾਅਦ ਵਿੱਚ ਲਿੰਫੋਸਾਈਟ ਕਿੱਥੇ ਜਾਣਗੇ ਆਪਣੇ ਕੋਲ, ਸਪਲੀਨ ਤੱਕ ਪਹੁੰਚ ਜਾਣਗੇ, ਲਿੰਫ ਨੋਡ ਤੱਕ ਚਲੇ ਜਾਣਗੇ। ਟੌਨਸਿਲਸ, ਫੇਅਰ ਪੈਚਸ ਇਹ ਸਮਾਲ ਇੰਟੈਸਟਾਈਨ ਦੇ ਅੰਦਰ ਹੁੰਦੀ ਹੈ, ਔਰ ਅਪੈਂਡਿਕਸ ਆਪਾਂ ਨੂੰ ਆਲਰੇਡੀ ਪਤਾ ਲਾਰਜ ਇੰਟੈਸਟਾਈਨ ਦੇ ਵਿੱਚ ਨਾਲ ਇੱਕ ਆਊਟਵਰਡ ਪ੍ਰੋਜੈਕਸ਼ਨ ਹੋਏਗੀ, ਇੱਕ ਫਿੰਗਰ ਲਾਈਕ ਪ੍ਰੋਜੈਕਸ਼ਨ ਜਿਹਨੂੰ ਆਪਾਂ ਅਪੈਂਡਿਕਸ ਕਹਿੰਦੇ ਆ, ਉੱਥੇ ਵੀ ਆਪਣੇ ਕੋਲ ਕੀ ਹੁੰਦੇ ਆ, ਇਹ ਪ੍ਰੈਜ਼ੈਂਟ ਹੋਣਗੇ। ਤੇ ਦੇਖੋ ਮੈਚੂਰੇਸ਼ਨ ਹੋਣ ਤੋਂ ਬਾਅਦ ਵਿੱਚ ਸਪਲੀਨ ਵਿੱਚ ਜਾਣਗੇ, ਇਹ ਆਪਣੇ ਸੈਕੰਡਰੀ ਆਰਗਨ, ਅਗਰ ਸੈਕੰਡਰੀ ਲਿੰਫੋਇਡ ਆਰਗਨ ਪੁੱਛ ਲੈਣਗੇ ਤੇ ਕਿਹੜੇ ਵੇਲੇ, ਸਪਲੀਨ, ਲਿੰਫ ਨੋਡ, ਟੌਨਸਿਲਸ, ਫੇਅਰ ਪੈਚਸ ਐਂਡ ਅਪੈਂਡਿਕਸ, ਇੱਥੇ ਮੈਚਿਓਰਡ ਪਏ ਹੋਏ ਹੋਣਗੇ, ਮੈਚਿਓਰਡ ਲਿੰਫੋਸਾਈਟ। ਇਹ ਸਾਰੇ ਕਿਹੜੇ ਵਾਲੇ ਹੈਗੇ, ਸਪਲੀਨ,
lymph node, tonsils, Peyer's patches of small intestine and appendix। ਤਾਂ ਇਹ ਸਾਰੇ ਕਿਹੜੇ ਵਾਲੇ ਹੈਗੇ ਆ, ਸੈਕੰਡਰੀ ਲਿੰਫੋਇਡ ਆਰਗਨ ਹੈ ਜਿੱਥੇ ਮੈਚਿਓਰਡ ਲਿੰਫੋਸਾਈਟ ਜਾਣਗੇ ਔਰ ਕੋਈ ਵੀ ਐਂਟੀਜਨ ਬੋਡੀ ਦੇ ਵਿੱਚ ਐਂਟਰ ਕਰੇਗਾ ਤਾਂ ਉਸ ਨੂੰ ਖਤਮ ਕਰ ਲਏਗਾ। ਸਪਲੀਨ ਹੈ ਕਿ ਸਪਲੀਨ ਇੱਕ ਬੀਨ ਲਾਈਕ ਜਿਹੜਾ ਆਰਗਨ ਹੋਏਗਾ, ਬੀਨ ਸ਼ੇਪ, ਔਰ ਇਹਦੇ ਵਿੱਚ ਕੀ ਹੋਏਗਾ, ਲਿੰਫੋਸਾਈਟ ਹੋਣਗੇ ਐਂਡ ਫੈਗੋਸਾਈਟ ਵੀ ਹੁੰਦੇ ਆ। ਲਿੰਫ ਦੇ ਵਿੱਚ ਕੀ ਹੈਗਾ ਆਪਣੇ ਜੋ ਸਪਲੀਨ ਹੈ, ਸਪਲੀਨ ਦੇ ਵਿੱਚ ਕੀ ਹੋਏਗਾ ਆਪਣੇ ਕੋਲ ਲਿੰਫੋਸਾਈਟ ਵੀ ਹੋਣਗੇ ਔਰ ਫੈਗੋਸਾਈਟ ਵੀ ਹੋਣਗੇ ਔਰ ਬਲੱਡ ਨੂੰ ਫਿਲਟਰ ਕਰਨ ਦਾ ਕੰਮ ਕਰੇਗਾ। ਜੋ ਬਲੱਡ ਦੇ ਵਿੱਚ ਮਾਈਕਰੋਬਸ ਬਰਨ ਹੁੰਦੇ ਆ, ਜੋ ਬਲੱਡ ਦੇ ਅੰਦਰ ਮਾਈਕਰੋਬਸ ਬੋਰਨ ਹੋਣਗੇ ਉਸਨੂੰ ਖਤਮ ਕਰੇਗਾ, ਟ੍ਰੈਪ ਕਰੇਗਾ ਔਰ ਬਲੱਡ ਨੂੰ ਫਿਲਟਰ ਕਰੇਗਾ। ਔਰ ਇੱਕ ਲਾਰਜ ਰਿਜ਼ਰਵਾਇਰ ਹੈ ਆਰਬੀਸੀ ਦਾ, ਇਸ ਦੇ ਵਿੱਚ ਆਰਬੀਸੀ ਸੈੱਲ ਪਏ ਹੋਣਗੇ, ਰਿਜ਼ਰਵ ਪਏ ਹੋਣਗੇ। ਰਿਜ਼ਰਵਾਇਰ ਆਪਾਂ ਉਹਨੂੰ ਹੀ ਕਹਿੰਦੇ ਆ ਜਿਹਦੇ ਵਿੱਚ ਕੀ ਹੈ ਲਾਰਜ ਅਮਾਉਂਟ ਵਿੱਚ ਕੀ ਪਏ ਹੋਣ, ਆਰਬੀਸੀ ਪਏ ਹੋਣ। ਸਪਲੀਨ ਦਾ ਕੰਮ ਪੁੱਛ ਲੈਣ ਤਾਂ ਕੀ ਕਹਿ ਸਕਦੇ ਇਹਦੇ ਵਿੱਚ ਲਿੰਫੋਸਾਈਟ ਤੇ ਫੈਗੋਸਾਈਟ ਹੋਣਗੇ, ਬਲੱਡ ਨੂੰ ਫਿਲਟਰ ਕਰਨਗੇ, ਬਲੱਡ ਦੇ ਵਿੱਚ ਪੈਦਾ ਹੋਣ ਵਾਲੇ ਮਾਈਕਰੋਬਸ ਹੈ ਉਸ ਨੂੰ ਟ੍ਰੈਪ ਕਰਨਗੇ ਔਰ ਟ੍ਰੈਪ ਕਰਕੇ ਬਲੱਡ ਨੂੰ ਫਿਲਟਰ ਕਰਨਗੇ ਔਰ ਲਾਰਜ ਰਿਜ਼ਰਵਾਇਰ ਹੈ ਆਰਬੀਸੀ ਦਾ। ਤਾਂ ਨੈਕਸਟ ਹੈ ਲਿੰਫ ਨੋਡ। ਇਹ ਸਮਾਲ ਸੋਲਿਡ ਸਟਰਕਚਰ ਹੈ ਤੇ ਨੀਚੇ ਦੇ ਹੀ ਰੱਖੀਆਂ ਆਪਾਂ ਦੇਖੋ ਪਈਆਂ ਹੋਈਆਂ ਡਾਇਗਰਾਮ ਦੇ ਵਿੱਚ ਦੇਖੋ ਸਟਰਕਚਰ ਹੈ ਤੇ ਡਿਫਰੈਂਟ ਪੁਆਇੰਟਸ ਤੇ ਲੋਕੇਟ ਹੋਣਗੇ ਲਿੰਫੈਟਿਕ ਸਿਸਟਮ। ਆ ਸਾਰਾ ਲਿੰਫੈਟਿਕ ਸਿਸਟਮ ਦੇ ਰੱਖਿਆ ਆਲਾ ਤੇ ਡਿਫਰੈਂਟ ਪੁਆਇੰਟਸ ਤੇ ਕੀ ਪਏ ਹੋਣਗੇ, ਲਿੰਫ ਨੋਡ ਪਏ ਹੋਣਗੇ। ਤੇ ਫਿਰ ਇਹਨਾਂ ਦਾ ਕੰਮ ਕੀ ਹੈ, ਐਂਟੀਜਨ ਟ੍ਰੈਪ ਇਨ ਅ ਲਿੰਫ ਨੋਡ। ਜੋ ਵੀ ਐਂਟੀਜਨ ਆਏਗਾ ਬੈਕਟੀਰੀਆ ਜਾਂ ਕੋਈ ਵੀ ਚੀਜ਼ ਉਹ ਟ੍ਰੈਪ ਹੋ ਜਾਏਗਾ ਤੇ ਫਿਰ ਇਹ ਰਿਸਪੌਂਸਿਬਲ ਹੋਏਗਾ ਔਰ ਲਿੰਫੋਸਾਈਟ ਪ੍ਰੈਜ਼ੈਂਟ देयर एंड कॉज द इम्यून रिस्पॉन्स। और लिम्फ ਦੇ ਵਿੱਚ ਕੀ ਹੋਏਗਾ, ਲਿੰਫ ਨੋਡ ਦੇ ਵਿੱਚ ਲਿੰਫੋਸਾਈਟ ਹੋਣਗੇ, ਲਿੰਫ ਨੋਡ ਤੇ ਕੀ ਹੋਏਗਾ, ਲਿੰਫੋਸਾਈਟ। ਅਗਰ ਇੱਥੇ ਟ੍ਰੈਪ ਹੋ ਗਿਆ ਐਂਟੀਜਨ, ਅਗਰ ਐਂਟੀਜਨ ਕੀ ਹੋ ਗਿਆ, ਟ੍ਰੈਪ ਹੋ ਗਿਆ, ਐਂਟੀਜਨ ਟ੍ਰੈਪ ਹੋਇਆ ਤਾਂ ਲਿੰਫ ਨੋਡ ਦੇ ਵਿੱਚ ਲਿੰਫੋਸਾਈਟ ਜਿਹੜੇ ਹੋਣਗੇ ਉਹ ਕੀ ਦੇਣਗੇ, ਇਸ ਦੇ ਅਗੇਂਸਟ ਰਿਸਪੌਂਸ ਦੇਣਗੇ, ਰਿਸਪੌਂਸ। ਨੈਕਸਟ ਹੈ ਲਿੰਫੋਇਡ ਟਿਸ਼ੂ। ਹੋਰ ਜਿੰਨੇ ਵੀ ਆਪਣੀ ਬੋਡੀ ਦੇ ਜਿਹੜੇ ਲਾਈਨਿੰਗਸ ਹੋਣਗੀਆਂ, ਲਾਈਨਿੰਗ ਮੈਜੋਰਟੀ ਟਰੈਕ ਜਿਹੜੇ ਹੈਗੇ ਲਾਈਕ ਰੈਸਪੀਰੇਟਰੀ ਹੋ ਗਿਆ, ਡਾਈਜੈਸਟਿਵ, ਯੂਰੀਨੋ ਜੈਨੀਟਲ ਟਰੈਕ, ਇਹਦੇ ਨਾਲ ਮਿਊਕੋਜ਼ਲ ਐਸੋਸੀਏਟਡ ਲਿੰਫੋਇਡ ਟਿਸ਼ੂ ਹੋਣਗੇ ਜਿਸ ਨੂੰ ਆਪਾਂ ਮਾਲਟ ਕਹਿੰਦੇ ਆ। ਮਾਲਟ ਦੀ ਪੋਜੀਸ਼ਨ ਪੁੱਛ ਸਕਦੇ ਆ ਕਿੱਥੇ ਕਿੱਥੇ ਹੈ, ਮਾਲਟ ਸੈੱਲ ਜਿਹੜੇ ਹੋਣਗੇ ਕਿੱਥੇ ਕਿੱਥੇ ਹੋਣਗੇ, ਰੈਸਪੀਰੇਟਰੀ, ਡਾਈਜੈਸਟਿਵ, ਯੂਰੀਨੋ